Hello students, you all are most welcome in our YouTube channel Preparation with RJ। ਹਾਂਜੀ, ਜੇਕਰ ਤੁਸੀਂ PSTET, CTET, HTET ਐਂਡ NTT ਲਈ ਪ੍ਰਿਪੇਅਰ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਵੇਗੀ। ਅੱਜ ਦਾ ਜੋ ਆਪਣੇ ਵੀਡੀਓ ਦਾ ਟੌਪਿਕ ਹੈ ਜੀਨ ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਹਾਂਜੀ, ਥਿਊਰੀ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਨੇ ਜੋ ਜੀਨ ਪਿਆਜੇ ਬਾਰੇ ਜਾਣ ਲੈਂਦੇ ਹਾਂ। ਹਾਂਜੀ, ਹੀ ਵਾਜ਼ ਅ ਸਵਿਸ ਸਾਈਕੋਲੋਜਿਸਟ। ਜੀਨ ਪਿਆਜੇ ਨੇ ਜੋ ਉਹ ਸਵਿਸ ਸਾਈਕੋਲੋਜਿਸਟ ਨੇ, ਮਨੋਵਿਗਿਆਨੀ ਨੇ, ਸਵਿਸ ਮਨੋਵਿਗਿਆਨੀ। ਨੋਨ ਫॉर ਹਿਜ਼ ਵਰਕ। ਹਾਂਜੀ, ਜੀਨ ਪਿਆਜੇ ਨੂੰ ਕਿਸ ਵਰਕ ਲਈ ਜਾਣਿਆ ਜਾਂਦਾ ਹੈ? ਚਾਈਲਡ ਡਿਵੈਲਪਮੈਂਟ ਲਈ। ਹੀ ਕੰਪਲੀਟ ਹਿਜ਼ PhD ਇਨ ਬਾਇਓਲੋਜੀ। ਹਾਂਜੀ, ਜੋ ਜੀਨ ਪਿਆਜੇ ਹੈ ਉਹਨਾਂ ਨੇ ਆਪਣੀ PhD ਬਾਇਓਲੋਜੀ ਦੇ ਵਿੱਚ ਕੰਪਲੀਟ ਕੀਤੀ ਹੈ। ਹਿਜ਼ ਥਿਊਰੀ ਆਫ cognitive development and epistemological view is together called genetic epistemology। ਹਾਂਜੀ, ਜੋ ਜੀਨ ਪਿਆਜੇ ਨੇ ਉਹਨਾਂ ਨੇ ਆਪਣੀ ਜੋ ਥਿਊਰੀ ਜੋ ਆਪਾਂ ਹੁਣ ਕਰਾਂਗੇ ਜੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਐਂਡ ਐਪਿਸਟਮੋਲੋਜੀਕਲ, ਇਹਨਾਂ ਦਾ ਜੋ ਵਿਊ ਹੈਗਾ ਇਹਨਾਂ ਨੂੰ ਟੁਗੈਦਰ ਕਿਹਾ ਜਾਂਦਾ ਹੈ ਜੈਨੇਟਿਕ ਐਪਿਸਟਮੋਲੋਜੀ। ਹਾਂਜੀ, ਪੇਪਰ ਦੇ ਵਿੱਚ ਕੁਐਸਚਨ ਬਣ ਕੇ ਆ ਸਕਦਾ ਹੈ ਕਿ ਕਿਹੜੇ ਸਾਈਕੋਲੋਜਿਸਟ ਨੇ ਜੋ ਜੈਨੇਟਿਕ ਐਪਿਸਟਮੋਲੋਜੀ ਦੀ ਥਿਊਰੀ ਨੂੰ ਰਿਲੇਟਡ ਜਾਂ ਵਿਊ ਨਾਲ ਰਿਲੇਟਡ ਨੇ? ਤਾਂ ਜੀਨ ਪਿਆਜੇ। ਵੈਸੇ ਜੋ ਇੰਪੋਰਟੈਂਟ ਥਿਊਰੀ ਹੈ ਜੋ ਜੀਨ ਪਿਆਜੇ ਦੀ ਹੈ ਕੋਗਨੀਟਿਵ ਡਿਵੈਲਪਮੈਂਟ, ਜੈਨੇਟਿਕ ਐਪਿਸਟਮੋਲੋਜੀ ਉਹਨਾਂ ਦਾ ਇੱਕ ਵਿਊ ਆ। ਹੀ ਇਜ਼ ਨੋਨ ਐਜ਼ ਫਾਦਰ ਆਫ। ਹਾਂਜੀ, ਉਹਨਾਂ ਨੂੰ ਫਾਦਰ ਕਿਹਾ ਜਾਂਦਾ ਹੈ ਜੈਨੇਟਿਕ ਐਪਿਸਟਮੋਲੋਜੀ ਦਾ। ਬਹੁਤ ਇੰਪੋਰਟੈਂਟ ਕੁਐਸਚਨ ਬਣ ਸਕਦਾ ਇੱਥੋਂ ਕਿ ਜੈਨੇਟਿਕ ਐਪਿਸਟਮੋਲੋਜੀ ਦੇ ਜੋ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ? ਜੀਨ ਪਿਆਜੇ। ਪਿਆਜੇਸ ਮੇਨ ਟੂਲ। ਹਾਂਜੀ, ਬਹੁਤ ਇੰਪੋਰਟੈਂਟ ਹੈ ਕੁਐਸਚਨ, ਕਾਫੀ ਵਾਰ ਰੇਜ਼ ਹੋਇਆ ਪੇਪਰ ਦੇ ਵਿੱਚ ਕਿ ਜੋ ਪਿਆਜੇ ਦੀ ਜੋ ਥਿਊਰੀਜ਼ ਨੇ ਉਹਦਾ ਮੇਨ ਟੂਲ ਕੀ ਹੈ ਜੀ? ਮੇਨ ਟੂਲ ਹੈ ਥਿੰਕਿੰਗ, ਥਾਟ। ਜੀਨ ਪਿਆਜੇ ਦੇ ਅਕੋਰਡਿੰਗ ਜੋ ਇਨਸਾਨ ਦੇ ਵਿੱਚ ਪਹਿਲਾਂ ਥਾਟ ਆਉਂਦੇ ਨੇ ਫਿਰ ਉਹ ਕੋਈ ਕਿਰਿਆ ਕਰਦਾ ਹੈ। ਇਸੇ ਲਈ ਜੀਨ ਪਿਆਜੇ ਦਾ ਮੇਨ ਟੂਲ ਹੈ ਥਿੰਕਿੰਗ। ਲਾਈਕ ਜਿਵੇਂ ਕਿ ਵਾਈਗੋਸਤਕੀ ਦਾ ਮੇਨ ਟੂਲ ਹੈ ਲੈਂਗੁਏਜ, ਸੇਮ ਐਜ਼ ਜੀਨ ਪਿਆਜੇ ਦਾ ਮੇਨ ਟੂਲ ਹੈ ਜੋ ਕੀ ਆ ਥਿੰਕਿੰਗ, ਥਾਟ। ਹਾਂਜੀ ਹਾਂਜੀ, ਜੋ ਸਟੱਡੀ ਸਟਾਈਲ ਹੈ ਜੀਨ ਪਿਆਜੇ ਦਾ ਉਹ ਹੈ ਕ੍ਰੀਏਟਿਵ, ਜਨਰੇਟਿਵ, ਪ੍ਰੋਡਕਟਿਵ। ਜੀਨ ਪਿਆਜੇ ਜੋ ਹਮੇਸ਼ਾ ਹੀ ਆਪਣੀ ਥਿਊਰੀਜ਼ ਦੇ ਵਿੱਚ ਦੱਸਦੇ ਹਨ ਕਿ ਇੱਕ ਜੋ ਚਾਈਲਡ ਹੈ ਉਸਨੂੰ ਕ੍ਰੀਏਟਿਵ ਹੋਣਾ ਚਾਹੀਦਾ ਹੈ, ਰੱਟਾਫਿਕੇਸ਼ਨ ਨਹੀਂ, ਕ੍ਰੈਮਿੰਗ ਨਹੀਂ, ਓਨਲੀ ਕ੍ਰੀਏਟਿਵ, ਜਨਰੇਟਿਵ ਐਂਡ ਪ੍ਰੋਡਕਟਿਵ। ਵੈਸੇ ਸਾਰੇ ਸੀਨੋਨਿਮਸ ਨੇ, ਸੇਮ ਮੀਨਿੰਗ ਹੀ ਹੈ ਸਭ ਦਾ, ਕ੍ਰੀਏਟਿਵਨੈਸ। ਹਾਂਜੀ, ਬੁੱਕ ਜੀਨ ਪਿਆਜੇ ਦੀ ਜੋ ਮੋਸਟ ਫੇਮਸ ਬੁੱਕ ਹੈ ਮੋਰਲ ਜਜਮੈਂਟ ਆਫ ਅ ਚਾਈਲਡ। ਅਪਰੋਚ ਜੀਨ ਪਿਆਜੇ ਦੀ ਜੋ ਅਪਰੋਚ ਹੈ ਕੰਸਟਰਕਟਿਵ ਅਪਰੋਚ। ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਜੀਨ ਪਿਆਜੇ ਦੀ ਅਪਰੋਚ ਕਿਹੜੀ ਹੈ ਜੀ? ਕੰਸਟਰਕਟਿਵ ਅਪਰੋਚ। ਔਰ ਬੁੱਕ ਦਾ ਨੇਮ ਮੋਰਲ ਜਜਮੈਂਟ ਆਫ ਅ ਚਾਈਲਡ। ਕੋਗਨੀਟਿਵ ਡਿਵੈਲਪਮੈਂਟ। ਹਾਂਜੀ, ਜੋ ਕੋਗਨੀਟਿਵ ਡਿਵੈਲਪਮੈਂਟ ਹੁੰਦੀ ਕੀ ਹੈ? ਵੈਸੇ ਕੋਗਨੀਟਿਵ ਨੂੰ ਆਪਾਂ ਇੰਟੈਲੈਕਚੁਅਲ ਵੀ ਲੈ ਲੈਂਦੇ ਹਾਂ। ਕੋਗਨੀਟਿਵ ਦਾ ਮਤਲਬ ਹੁੰਦਾ ਹੈ ਬੌਧਿਕ ਵਿਕਾਸ, ਬੁੱਧੀ ਦਾ ਵਿਕਾਸ। ਹਾਂਜੀ, ਅਬਾਊਟ ਦਾ ਨੇਚਰ ਐਂਡ ਡਿਵੈਲਪਮੈਂਟ ਆਫ ਹਿਊਮਨ ਇੰਟੈਲੀਜੈਂਸ। ਹਾਂਜੀ, ਕੋਗਨੀਟਿਵ ਡਿਵੈਲਪਮੈਂਟ ਦਾ ਮਤਲਬ ਹੈ ਕਿਸ ਬਾਰੇ ਜਾਣਨਾ, ਕਿਸ ਚੀਜ਼ ਬਾਰੇ? ਅਬਾਊਟ ਦਾ ਨੇਚਰ ਐਂਡ ਡਿਵੈਲਪਮੈਂਟ ਆਫ ਹਿਊਮਨ ਇੰਟੈਲੀਜੈਂਸੀ ਦਾ ਡਿਵੈਲਪਮੈਂਟ। ਹਾਂਜੀ, ਇਟ ਇਜ਼ ਆਲਸੋ ਨੋਨ ਐਜ਼, ਜੋ ਜੀਨ ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਆ ਇਸ ਨੂੰ ਡਿਵੈਲਪਮੈਂਟ ਸਟੇਜ ਥਿਊਰੀ ਵੀ ਕਿਹਾ ਜਾਂਦਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਬਣ ਰਿਹਾ ਹੈਗਾ ਕਿ ਜੋ ਜੀਨ ਪਿਆਜੇ ਦੀ ਥਿਊਰੀ ਹੈ ਉਸਦਾ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਹੈ ਉਸਦਾ ਅਦਰ ਨੇਮ ਕੀ ਹੈ? ਡਿਵੈਲਪਮੈਂਟ ਸਟੇਜ ਥਿਊਰੀ। ਪੇਪਰ ਦੇ ਵਿੱਚ ਤੁਹਾਨੂੰ ਕਨਫਿਊਜ਼ ਕਰ ਸਕਦੇ ਨੇ, ਅਦਰ ਨੇਮ ਨਾਲ ਪਾ ਸਕਦੇ ਨੇ ਕਿ ਜੀਨ ਪਿਆਜੇ ਦੀ ਡਿਵੈਲਪਮੈਂਟ ਸਟੇਜ ਥਿਊਰੀ ਕਿਹੜੀ ਆ, ਕਿਸ ਸੋਚ ਬਾਰੇ ਆ? ਤਾਂ ਸੇਮ ਐਜ਼ ਕੀ ਆ? ਕੋਗਨੀਟਿਵ ਡਿਵੈਲਪਮੈਂਟ ਥਿਊਰੀ ਇਜ਼ ਆਲਸੋ ਨੋਨ ਐਜ਼ ਅ ਡਿਵੈਲਪਮੈਂਟ ਸਟੇਜ ਥਿਊਰੀ। ਹਾਂਜੀ, 4 ਸਟੇਜਿਸ ਜੋ ਜੀਨ ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਉਸਨੇ ਡਿਵੈਲਪਮੈਂਟ ਦੀਆਂ 4 ਸਟੇਜਿਸ ਦੱਸੀਆਂ ਨੇ ਜੀਨ ਪਿਆਜੇ ਨੇ। ਮੈਚੁਰੇਸ਼ਨ ਮਤਲਬ ਕਿ ਮੈਚਿਓਰਿਟੀ। ਹਾਂਜੀ, ਜੀਨ ਪਿਆਜੇ ਦੇ ਅਕੋਰਡਿੰਗ ਜੋ ਇੱਕ ਬੱਚਾ ਹੈ ਸਭ ਤੋਂ ਪਹਿਲਾਂ ਇੱਕ ਬੱਚਾ ਜੋ ਉਹ ਮੈਚਿਓਰ ਹੁੰਦਾ। ਐਕਟੀਵਿਟੀ ਜਦੋਂ ਉਹ ਮੈਚਿਓਰ ਹੁੰਦਾ, ਦੇਖੋ ਜੀ ਕੋਈ ਵੀ ਬੱਚਾ ਜਦੋਂ ਉਹ ਮੈਚਿਓਰ ਕਿਵੇਂ ਹੋਵੇਗਾ? ਉਹ ਮੈਚਿਓਰ ਹਮੇਸ਼ਾ ਹੀ ਐਕਟੀਵਿਟੀ ਕਰਕੇ ਹੋਵੇਗਾ। ਜਿੰਨੀ ਜ਼ਿਆਦਾ ਉਹ ਐਕਟੀਵਿਟੀ ਕਰੇਗਾ ਉਨੀ ਜ਼ਿਆਦਾ ਉਸ 'ਚ ਪਰਪੱਕਤਾ ਆਏਗੀ। ਮੈਚੋਰੇਸ਼ਨ ਮਤਲਬ ਪਰਪੱਕਤਾ। ਫਿਰ ਉਹ ਐਕਟੀਵਿਟੀ ਕਰੇਗਾ,
ਫਿਰ ਉਸਦਾ ਸੋਸ਼ਲ ਐਕਸਪੀਰੀਅੰਸ ਹੋ ਜਾਵੇਗਾ ਉਸਦੇ ਵਿੱਚ, ਫਿਰ ਇਕੁਇਲਿਬਰੀਅਮ ਮਤਲਬ ਕਿ ਸੰਤੁਲਨ ਹੋ ਜਾਵੇਗਾ ਬੱਚੇ ਦਾ। ਹਾਂਜੀ, ਇਹ 4 ਸਟੇजेस ਬਹੁਤ ਇੰਪੋਰਟੈਂਟ ਨੇ, ਮੈਚਿਓਰਿਟੀ, ਮੈਚੁਰੇਸ਼ਨ, ਐਕਟੀਵਿਟੀ, ਸੋਸ਼ਲ ਐਕਸਪੀਰੀਅੰਸ ਐਂਡ ਇਕੁਇਲਿਬਰੀਅਮ। ਕੁਐਸਚਨ ਬਣ ਕੇ ਆ ਸਕਦਾ ਕਿ ਇਹਦੇ ਵਿੱਚੋਂ ਕਿਹੜੀ ਸਟੇਜ ਹੈ, ਕਿਹੜੀ ਸਟੇਜ ਨਹੀਂ ਹੈ। 3 ਆਪਸ਼ਨ ਦਿੱਤੇ ਹੋਣਗੇ, 4th ਅਲੱਗ ਆਪਸ਼ਨ ਹੋਵੇਗਾ। ਹਾਂਜੀ, ਨੈਕਸਟ 3 ਟਾਈਪਸ ਆਫ ਇਕੁਇਲਿਬਰੀਅਮ। ਹਾਂਜੀ, ਜੋ ਆਪਾਂ ਇਕੁਇਲਿਬਰੀਅਮ ਕੀਤਾ ਗਾ ਆਪਣੇ, ਉਹਦੇ ਨੈਕਸਟ ਜੋ ਨੇ 3 ਸਟੇजेस ਨੇ, 3 ਲੈਵਲਸ ਨੇ ਇਕੁਇਲਿਬਰੀਅਮ ਦੇ, ਸੰਤੁਲਨ ਦੇ। ਹਾਂਜੀ, ਸਭ ਤੋਂ ਪਹਿਲਾ ਹੈ ਸਕੀਮਾ, ਸੈਕਿੰਡ ਹੈ ਅਸਿਮੀਲੇਸ਼ਨ, ਥਰਡ ਹੈ ਅਕਮੋਡੇਸ਼ਨ। ਹਾਂਜੀ, ਨੈਕਸਟ ਹੈ ਸਕੀਮਾ। ਹਾਂਜੀ, ਸਕੀਮਾ ਆਲਰੇਡੀ ਐਗਜ਼ਿਸਟਿੰਗ ਇਨਫੋਰਮੇਸ਼ਨ ਇਨ ਮਾइंड। ਹਾਂਜੀ, ਜੋ ਆਪਣੇ ਮਾइंड ਦੇ ਵਿੱਚ ਆਲਰੇਡੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ, ਜੋ ਨੌਲੇਜ ਆਪਣੇ ਮਾइंड ਦੇ ਵਿੱਚ ਹੁੰਦੀ ਹੈ, ਉਸਨੂੰ ਕਹਿੰਦੇ ਆ ਆਪਾਂ ਸਕੀਮਾ। ਔਰ ਵਨਸ ਕੋਗਨੀਟਿਵ ਸਟਰਕਚਰ, ਮਾइंड ਦੇ ਵਿੱਚ ਜੋ ਆਲਰੇਡੀ ਆਪਣੇ ਜੋ ਗੱਲਾਂ ਚੱਲ ਰਹੀਆਂ, ਜੋ ਵਿਚਾਰ ਆਪਾਂ ਨੂੰ ਪਤਾ ਨੇ, ਉਸ ਨੂੰ ਕਹਿੰਦੇ ਨੇ ਸਕੀਮਾ, ਜਿਸ ਬਾਰੇ ਆਪਾਂ ਨੂੰ ਆਲਰੇਡੀ ਕੁਝ ਪਤਾ ਹੈ। ਹਾਂਜੀ, ਨੈਕਸਟ ਹੈ ਅਸਿਮੀਲੇਸ਼ਨ। ਅਸਿਮੀਲੇਸ਼ਨ ਕੀ ਹੁੰਦਾ ਹੈ? ਫਿਟਿੰਗ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਸਕੀਮਾ। ਜੋ ਤੁਹਾਡੇ ਮਾइंड ਦੇ ਵਿੱਚ ਆਲਰੇਡੀ ਇਨਫੋਰਮੇਸ਼ਨ ਹੈ, ਮੀਨਸ ਜੋ ਆਲਰੇਡੀ ਸਕੀਮਾ ਹੈ, ਉਸ ਦੇ ਵਿੱਚ ਆਪਾਂ ਨੇ ਨਿਊ ਇਨਫੋਰਮੇਸ਼ਨ ਐਡ ਕਰਨੀ, ਉਸ ਨੂੰ ਕਹਿ ਸਕਦੇ ਹਾਂ ਆਪਾਂ ਅਸਿਮੀਲੇਸ਼ਨ। ਥਰਡ ਹੈ ਅਕਮੋਡੇਸ਼ਨ। ਹਾਂਜੀ, ਜੋ ਅਕਮੋਡੇਸ਼ਨ ਹੈ, alter means modify, alter the existing knowledge, ਜੋ knowledge ਤੁਹਾਡੇ ਮਾइंड ਦੇ ਵਿੱਚ already ਹੈ, knowledge, information according to new technique। ਹਾਂਜੀ, ਜੋ ਤੁਹਾਡੇ already ਮਾइंड ਦੇ ਵਿੱਚ existing knowledge ਔਰ information ਹੈ, ਉਸ ਨੂੰ alter ਕਰਨਾ, ਐਗਜ਼ਿਸਟਿੰਗ ਨੌਲੇਜ ਨੂੰ ਅਲਟਰ ਕਰਨਾ, ਮੋਡੀਫਾਈ ਕਰਨਾ ਅਕੋਰਡਿੰਗ ਟੂ ਨਿਊ ਟੈਕਨੀਕ, ਨਵੀਂ ਟੈਕਨੀਕ ਦੇ ਅਕੋਰਡਿੰਗ, ਨਿਊ ਟੈਕਨੋਲੋਜੀ ਦੇ ਅਕੋਰਡਿੰਗ ਆਪਣੇ ਮਾइंड ਦੀ ਜੋ ਆਲਰੇਡੀ ਐਗਜ਼ਿਸਟਿੰਗ ਨੌਲੇਜ ਹੈ ਜਾਂ ਇਨਫੋਰਮੇਸ਼ਨ ਹੈ, ਉਸ ਨੂੰ ਅਲਟਰ ਕਰਨਾ, ਉਸ ਨੂੰ ਕਹਿ ਸਕਦੇ ਹਾਂ ਆਪਾਂ ਅਕਮੋਡੇਸ਼ਨ। ਹਾਂਜੀ, ਪੇਪਰ ਦੇ ਵਿੱਚ ਜੋ ਹੈ ਤੁਹਾਨੂੰ ਸੇਮ ਲਾਈਨਸ ਲਿਖੀਆਂ ਮਿਲ ਸਕਦੀਆਂ ਨੇਗੀਆਂ ਕਿ ਅਸਿਮੀਲੇਸ਼ਨ ਕੀ ਹੁੰਦਾ, ਉੱਥੇ ਡਾਇਰੈਕਟ ਲਾਈਨ ਵੀ ਆ ਸਕਦੀ ਹੈ ਕਿ ਫਿਟਿੰਗ ਨਿਊ ਇਨਫੋਰਮੇਸ਼ਨ ਇਨਟੂ existing schema is known as assimilation। ਹਾਂਜੀ, ਨੈਕਸਟ ਹੈ ਫॉर ਕੋਗਨੀਟਿਵ ਸਟੇजेस। ਹਾਂਜੀ, ਜੋ ਆਪਾਂ ਸਟੇजेस ਕਰ ਰਹੇ ਹਾਂ, ਕੋਗਨੀਟਿਵ ਥਿਊਰੀ ਜੋ ਮੇਨ ਹੈ ਆਪਣੀ, ਉਸ ਦੀਆਂ ਪਿਆਜੇ ਦੇ ਅਕੋਰਡਿੰਗ ਉਸਨੇ 4 ਸਟੇजेस ਦਿੱਤੀਆਂ ਨੇ ਕੋਗਨੀਟਿਵ ਡਿਵੈਲਪਮੈਂਟ ਦੀਆਂ। 4 ਸਟੇजेस। ਸਭ ਤੋਂ ਫਸਟ ਹੈ ਸੈਂਸਰੀ ਮੋਟਰ ਸਟੇਜ, ਸੈਕਿੰਡ ਹੈ ਪ੍ਰੀ ਆਪਰੇਸ਼ਨਲ ਸਟੇਜ, थर्ड है ऑपरेशनल स्टेज, फोर्थ है पोस्ट ऑपरेशनल स्टेज। हाँ जी, इसमें आप 1 बाय 1 कर देंगे। सब तो फर्स्ट है जी, फर्स्ट स्टेज सेंसरी मोटर स्टेज। हाँ जी, जीन पियाजे की जो थ्योरी है कोगनीटिव डिवेलपमेंट, उसकी फर्स्ट 4 स्टेजेस के विच उसनूं डिवाइड किया गया है। उसकी सब तो पहली स्टेज है कोगनीटिव डिवेलपमेंट की सब तो पहली स्टेज है सेंसरी मोटर स्टेज। हाँ जी, जो सेंसरी मोटर स्टेज है, इसकी एज है जो 0 मीनस बर्थ तो लैके 2 साल तक की। हाँ जी, मैं सब तो पहला तो एक इंपॉर्टेंट गल दस देवां, जो तुहानूं एजिस दित्तियां गईयां ने, ये अलग अलग राइटर के व्यू के अकॉर्डिंग अलग अलग ने, जां अलग अलग बुक्स के विच पढ़ोगे तो तुहानूं जो एज का थोड़ा मोटा डिफरेंस मिलेगा। तो तुसीं पेपर दे विच अकॉर्डिंग टू वैसे तो 99% पेपर ਦੇ ਵਿੱਚ ਇਹੋ ਜਿਹਾ ਕੁਐਸਚਨ ਰੇਜ਼ ਨਹੀਂ ਕੀਤਾ ਜਾਂਦਾ ਜਿਸ ਦੇ ਵਿੱਚ ਕੰਟਰੋਵਰਸੀ ਹੋਵੇ ਏਜਸ ਨੂੰ ਲੈ ਕੇ, ਬਟ ਫਿਰ ਵੀ ਤੁਸੀਂ ਨੀਅਰ ਅਬਾਊਟ ਏਜ ਨੂੰ ਦੇਖ ਲੈਣਾ, ਜਿਵੇਂ ਕਿ 0 ਤੋਂ 2 ਸਾਲ ਤੱਕ ਹੀ ਹੈ, ਨੀਅਰ ਅਬਾਊਟ ਏਜ ਦੇ ਹੀ ਏਜ ਰਹਿਣਗੇ, ਜ਼ਿਆਦਾ ਡਿਫਰੈਂਸ ਨਹੀਂ ਹੋਵੇਗਾ। ਹਾਂਜੀ, ਸੈਂਸਰੀ ਸਟੇਜ ਏਜ 0 ਤੋਂ ਲੈ ਕੇ 2 ਸਾਲ ਤੱਕ, ਬਰਥ ਤੋਂ ਲੈ ਕੇ 2 ਸਾਲ ਤੱਕ, 0 ਮੀਨਸ ਬਰਥ। ਹਾਂਜੀ, ਸੈਂਸਰੀ ਲਰਨਿੰਗ। ਹਾਂਜੀ, ਜੋ ਬੱਚਾ ਹੈ ਇਸ ਸਟੇਜ ਦੇ ਵਿੱਚ ਸਭ ਤੋਂ ਛੋਟਾ ਬੱਚਾ ਹੁੰਦਾ, ਤੁਸੀਂ ਇਸ ਨੂੰ ਨਾ ਇੱਕ ਛੋਟੇ ਬੱਚੇ ਦੇ ਅਕੋਰਡਿੰਗ ਦੇਖੋ ਕਿ ਜੋ ਬਰਥ ਤੋਂ ਲੈ ਕੇ 2 ਸਾਲ ਤੱਕ ਦਾ ਬੱਚਾ ਹੁੰਦਾ ਹੈ, ਉਹ ਹਮੇਸ਼ਾ ਉਸ ਦੇ ਵਿੱਚ ਸੈਂਸਰੀ ਲਰਨਿੰਗ ਹੁੰਦੀ ਹੈ। ਸੈਂਸਰੀ ਲਰਨਿੰਗ ਮਤਲਬ ਕਿ ਸੈਂਸਿਸ ਦੇ ਥਰੂ
ਉਹ ਲਰਨਿੰਗ ਕਰਦਾ ਹੈ। ਸੈਂਸਿਸ ਮਤਲਬ ਕਿ ਜੋ ਆਪਣੀਆਂ 5 ਗਿਆਨ ਇੰਦਰੀਆਂ ਹੁੰਦੀਆਂ ਨੇ, 5 ਸੈਂਸਿਸ ਨੇ ਜੋ ਆਪਣੀਆਂ, ਉਸ ਦੇ ਥਰੂ ਜੋ ਇੱਕ ਚਾਈਲਡ ਹੈ ਬਰਥ ਤੋਂ ਲੈ ਕੇ 2 ਸਾਲ ਤੱਕ ਦਾ ਬੱਚਾ, ਉਹ ਕੀ ਕਰਦਾ ਗਾ, ਲਰਨਿੰਗ ਕਰਦਾ, ਸਿੱਖਦਾ ਹੈ। ਏਜ ਦੇ ਵਿੱਚ ਉਹ ਕਰਾਈਂਗ ਫॉर ਫੀਡ ਸਭ ਤੋਂ ਵੱਧ ਕੀ ਕਰਦਾ ਹੈ ਬੱਚਾ ਇਸ ਏਜ ਦੇ ਵਿੱਚ, ਛੋਟਾ ਬੱਚਾ ਹੁੰਦਾ ਹੈ ਤਾਂ ਉਹ ਕੀ ਕਰਦਾ ਗਾ, ਉਹ ਫੀਡ ਦੇ ਲਈ, ਮਿਲਕ ਦੇ ਲਈ ਕੀ ਕਰਦਾ ਹੈ, ਕਰਾਈ ਕਰਦਾ ਹੈ, ਰੋਂਦਾ ਹੈ। ਸੈਂਸਿਸ ਦੇ ਥਰੂ ਸਿੱਖਦਾ ਤੇ ਸੈਂਸਿਸ ਦੇ ਥਰੂ ਹੀ ਆਪਾਂ ਨੂੰ ਦੱਸਦਾ ਹੈ। ਹਾਂਜੀ, ਨੈਕਸਟ ਪੁਆਇੰਟ ਹੈ ਜੋ ਸਕਿੰਗ ਗ੍ਰੈਸਪਿੰਗ। ਹਾਂਜੀ, ਫੀਡ ਮਤਲਬ ਕਿ ਉਹ ਇਸ ਏਜ ਦੇ ਵਿੱਚ ਜੋ ਬੱਚਾ ਹੈ ਉਹ ਆਪਣੀ ਮਦਰ ਦਾ ਜੋ ਮਿਲਕ ਹੈ ਫੀਡ ਕਰਦਾ ਇਸ ਦੇ ਵਿੱਚ। ਸਕਿੰਗ ਤੇ ਗ੍ਰੈਸਪਿੰਗ ਪੁੱਛ ਸਕਦੇ ਨੇ ਪੇਪਰ ਦੇ ਵਿੱਚ, ਕਿਹੜੀ ਸਟੇਜ ਦੇ ਵਿੱਚ ਹੁੰਦਾ, ਸੈਂਸਰੀ ਮੋਟਰ ਸਟੇਜ ਦੇ ਵਿੱਚ, 0 ਤੋਂ ਲੈ ਕੇ 2 ਸਾਲ ਤੱਕ। ਲਰਨਿੰਗ ਬਾਈ ਡੂਇੰਗ, ਹਾਂਜੀ ਬਹੁਤ ਇੰਪੋਰਟੈਂਟ ਹੈ ਇਹ, ਲਰਨਿੰਗ ਬਾਈ ਡੂਇੰਗ, ਕਿ ਜੋ ਬੱਚਾ ਗਾ ਹਮੇਸ਼ਾ ਕਰਕੇ ਸਿੱਖਦਾ ਹੈ। ਹਾਂਜੀ, ਜੇਕਰ ਤੁਸੀਂ ਬੱਚੇ ਨੂੰ ਕਹੀ ਜਾਓ ਕਿ ਇਹ ਐਵੇਂ ਕਰਨਾ ਚਾਹੀਦਾ, ਐਵੇਂ ਕਰਨਾ ਚਾਹੀਦਾ, ਉਸ ਤਰੀਕੇ ਨਾਲ ਬੱਚਾ ਕਦੇ ਵੀ ਨਹੀਂ ਸਿੱਖਦਾ ਹੈਗਾ। ਜਾਂ ਬੱਚੇ ਨੂੰ ਤੁਸੀਂ ਕਰਕੇ ਦਿਖਾ ਦਿਓ ਬਟ ਉਹ ਬੱਚਾ ਖੁਦ ਉਸ ਚੀਜ਼ ਦੀ ਪ੍ਰੈਕਟੀਕਲ ਨਾ ਕਰੇ, ਉਹ ਬੱਚਾ ਨਹੀਂ ਸਿੱਖਦਾ। ਬੱਚਾ ਹਮੇਸ਼ਾ ਲਰਨਿੰਗ ਬਾਈ ਡੂਇੰਗ ਹੀ ਕਰ ਸਕਦਾ ਹੈ, ਕਰਕੇ ਹੀ ਸਿੱਖਦਾ ਬੱਚਾ। ਠੀਕ ਹੈ ਜੀ। ਇਮੀਟੇਸ਼ਨ, ਇਮੀਟੇਸ਼ਨ ਮਤਲਬ ਕਿ ਕਾਪੀ ਕਰਨਾ, ਨਕਲ ਕਰਨਾ। ਇਸ ਸਟੇਜ ਦੇ ਵਿੱਚ, ਸੈਂਸਰੀ ਮੋਟਰ ਸਟੇਜ ਦੇ ਵਿੱਚ, ਛੋਟਾ ਬੱਚਾ ਜੋ ਹਮੇਸ਼ਾ ਇਮੀਟੇਸ਼ਨ ਕਰਦਾ ਹੈ, ਨਕਲ ਕਰਦਾ ਹੈ। ਹਾਂਜੀ, ਜੋ ਐਟਮੋਸਫੀਅਰ, ਜੋ ਮਾਹੌਲ, ਜੋ ਵਾਤਾਵਰਨ ਤੁਸੀਂ ਉਸ ਛੋਟੇ ਬੱਚੇ ਦੇ ਸਾਹਮਣੇ ਪੇਸ਼ ਕਰੋਗੇ, ਬੱਚਾ ਉਸ ਨੂੰ ਕਾਪੀ ਕਰੇਗਾ, ਇਮੀਟੇਟ ਕਰੇਗਾ। ਠੀਕ ਹੈ ਜੀ। ਤੁਹਾਨੂੰ ਉਹ ਜ਼ੀਰੋਕਸ ਕਰਨ ਦੀ ਕੋਸ਼ਿਸ਼ ਕਰੇਗਾ, ਤੁਹਾਡੀ ਕਾਪੀ ਕਰੇਗਾ ਉਹ। ਠੀਕ ਹੈ ਜੀ। ਇਸੇ ਲਈ ਪੇਰੈਂਟਸ ਬਹੁਤ ਕੇਅਰਿੰਗ ਹੁੰਦੇ ਨੇ ਬੱਚੇ ਦੀ ਇਸ ਏਜ ਨੂੰ ਲੈ ਕੇ, ਕਿ ਬੱਚਾ ਜੋ ਪੇਰੈਂਟਸ ਤੋਂ ਲੈ ਕੇ, ਹਰ ਚੀਜ਼ ਤੋਂ ਲੈ ਕੇ, ਐਟਮੋਸਫੀਅਰ ਨੂੰ ਲੈ ਕੇ, ਹਰ ਇੱਕ ਗੁੱਡ ਥਿੰਗਸ ਨੇ ਜੋ ਉਹ ਕੈਚ ਕਰੇ। ਇਸੇ ਲਈ ਇਸ ਦੇ ਵਿੱਚ ਇਮੀਟੇਸ਼ਨ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਇਸ ਏਜ ਦੇ ਵਿੱਚ। ਗੋਲ ਓਰੀਐਂਟਡ ਬਿਹੇਵੀਅਰ, ਹਾਂਜੀ ਬਹੁਤ ਇੰਪੋਰਟੈਂਟ ਹੈ। ਪੇਪਰ ਦੇ ਵਿੱਚ ਬਹੁਤ ਟਾਈਮ ਕੁਐਸਚਨ ਪੁੱਛੇ ਜਾਂਦੇ ਨੇ ਕਿ ਕਿਹੜੀ ਸਟੇਜ ਹੈ ਪਿਆਜੇ ਦੀ, ਕਿਸ ਸਟੇਜ ਦੇ ਅਕੋਰਡਿੰਗ ਹੈ ਜੋ ਇੱਕ ਚਾਈਲਡ ਹੈ ਜੋ ਗੋਲ ਓਰੀਐਂਟਡ ਬਿਹੇਵੀਅਰ ਹੁੰਦਾ ਬੱਚੇ ਦਾ। ਹਾਂਜੀ, ਗੋਲ ਓਰੀਐਂਟਡ ਬਿਹੇਵੀਅਰ ਮਤਲਬ ਕਿ ਬੱਚੇ ਦਾ ਸਿਰਫ ਇੱਕੋ ਏਮ ਹੁੰਦਾ ਗਾ। ਠੀਕ ਹੈ ਜੀ। ਉਸਦੇ ਹੋਰ ਕੋਈ ਅਦਰ ਏਮ ਨਹੀਂ ਹੁੰਦਾ। ਲਾਈਕ ਕਿ ਬਰਥ ਤੋਂ ਲੈ ਕੇ 2 ਸਾਲ ਤੱਕ ਦਾ ਬੱਚਾ, ਛੋਟਾ ਬੱਚਾ, ਉਸਦਾ ਕੀ ਏਮ ਹੋ ਸਕਦਾ ਤੁਹਾਡੇ ਅਕੋਰਡਿੰਗ? ਉਸਦਾ ਏਮ ਕੀ ਹੋ ਸਕਦਾ? ਫੀਡ, ਭੋਜਨ ਹੀ ਉਸਦਾ ਏਮ ਹੁੰਦਾ ਮੇਨਲੀ। ਠੀਕ ਹੈ। ਨਹੀਂ ਮੇਨਲੀ ਆਪਾਂ ਕਹਿ ਸਕਦੇ ਹਾਂ ਉਸ ਨੂੰ ਹੁੰਦਾ ਕਿ ਮੈਂ ਆਪਣੀ ਮਦਰ ਦੇ ਕੋਲ ਹੋਵਾਂ, ਆਪਦੇ ਫੈਮਿਲੀ ਮੈਂਬਰਸ ਕੋਲ ਆ, ਪਰ ਮੋਸਟ ਜੋ ਕਹਿੰਦੇ ਨੇ ਗੋਲ ਓਰੀਐਂਟਡ ਬਿਹੇਵੀਅਰ ਹੈ, ਸਭ ਤੋਂ ਮੇਨ ਉਸਦਾ ਗੋਲ ਹੁੰਦਾ ਫੀਡ। ਹਾਂਜੀ, ਨੈਕਸਟ ਉਸਦਾ ਪੁਆਇੰਟ ਹੈ 100 ਵਰਡਸ ਅਪਰੋਕਸੀਮੇਟਲੀ। ਹਾਂਜੀ, ਬਰਥ ਤੋਂ ਲੈ ਕੇ 2 ਸਾਲ ਤੱਕ, ਮਤਲਬ ਕਿ ਕਹਿ ਸਕਦੇ ਹਾਂ ਕਿ ਬਰਥ ਵਾਲਾ ਬੱਚਾ ਤਾਂ ਨਹੀਂ ਸਿੱਖੂਗਾ 100 ਵਰਡਸ, ਮਤਲਬ ਕਿ ਨੀਅਰ ਅਬਾਊਟ 1.5 ਸਾਲ ਤੋਂ ਲੈ ਕੇ 2 ਸਾਲ ਤੱਕ ਦਾ ਬੱਚਾ ਨੀਅਰ ਅਬਾਊਟ ਅਪਰੋਕਸੀਮੇਟਲੀ ਲਗਭਗ 100 ਵਰਡਸ ਨੇ ਜੋ ਇਸ ਏਜ ਦੇ ਵਿੱਚ, ਸਟੇਜ ਦੇ ਵਿੱਚ ਬੱਚਾ ਜੋ ਸਿੱਖ ਜਾਂਦਾ ਹੈ। ਹਾਂਜੀ, A not B type of error ਬਹੁਤ ਇੰਪੋਰਟੈਂਟ ਹੈ। A not B type of error। ਹਾਂਜੀ, ਇਸ ਏਜ ਦੇ ਵਿੱਚ ਬੱਚੇ ਨੂੰ ਜੋ ਡਿਫਰੈਂਸ ਨਹੀਂ ਪਤਾ ਹੁੰਦਾ, ਠੀਕ ਹੈ, ਉਹ ਐਰਰ ਕਰਦਾ। ਐਰਰ ਦਾ ਮਤਲਬ ਕਿ ਗਲਤੀਆਂ ਕਰਦਾ ਗਾ। A not B type of error, ਐਰਰ ਮਤਲਬ ਕਿ ਗਲਤੀ ਕਰਦਾ। ਮਤਲਬ ਕਿ ਜੇਕਰ ਮੰਨ ਲਓ ਬੱਚਾ ਜੋ ਕੁਝ ਖੇਡ ਰਿਹਾ ਹੈ, ਬੱਚੇ ਦੇ ਹੱਥ ਦੇ ਵਿੱਚ ਇੱਕ ਬਾਲ ਹੈ, ਠੀਕ ਹੈ ਜੀ, ਤੁਸੀਂ ਉਸ ਦੇ ਸਾਹਮਣੇ, ਠੀਕ ਹੈ ਜੀ, 2 ਪਿੱਲੋ ਪਏ ਨੇ, ਤੁਸੀਂ ਉਸ ਦੇ ਸਾਹਮਣੇ ਜੋ ਫਸਟ, ਉਸ ਦੇ ਸਾਹਮਣੇ ਤੁਸੀਂ ਫਸਟ ਪਿੱਲੋ ਦੇ ਪਿੱਛੇ ਤੁਸੀਂ ਜੋ ਬਾਲ ਹੈ, ਜੋ ਗੇਂਦ ਹੈ, ਜੋ ਉਸ ਨੂੰ ਛੁਪਾ ਦਿਓ ਉਸ ਦੇ ਸਾਹਮਣੇ, ਬੱਚੇ ਦੇ ਸਾਹਮਣੇ। ਠੀਕ ਹੈ। ਪਰ ਬੱਚਾ ਇੰਨਾ ਛੋਟਾ ਹੁੰਦਾ ਕਿ ਉਸ ਨੂੰ ਨਹੀਂ, ਉਹ ਉਸ ਵੱਲ ਜਾਵੇਗਾ ਜ਼ਰੂਰ, ਉਸ ਨੂੰ ਪਤਾ ਤਾਂ ਜ਼ਰੂਰ ਹੈ ਕਿ ਤੁਸੀਂ ਜੋ ਉਸਦੀ ਬਾਲ ਹੈ, ਜੋ ਉਸਦਾ ਟੋਏ ਹੈ, ਜੋ ਤੁਸੀਂ ਜੋ ਉਸ ਪਿੱਲੋਜ਼ ਦੇ ਪਿੱਛੇ ਲੁਕੋਇਆ ਗਾ, ਉਹ ਉਸ ਨੂੰ ਜਾ ਕੇ ਉੱਥੇ ਲੱਭੇਗਾ। ਬਟ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਫਸਟ ਦੇ ਵਿੱਚ ਲੁਕੋਇਆ ਜਾਂ ਸੈਕਿੰਡ ਦੇ ਪਿੱਛੇ ਲੁਕੋਇਆ। ਠੀਕ ਹੈ। ਤਾਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਦਾ ਹੈ A not B ਟਾਈਪ ਆਫ ਐਰਰ। ਉਸ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਦੇ ਪਿੱਛੇ ਉਸਨੇ ਛੁਪਾਇਆ, ਤੁਸੀਂ ਲੁਕੋਇਆ। ਹਾਂਜੀ, ਮੋਸਟ ਇੰਪੋਰਟੈਂਟ ਆਬਜੈਕਟ ਪਰਮਾਨੈਂਸ। ਹਾਂਜੀ, ਪਰਮਾਨੈਂਟ ਲਿਖਿਆ, ਪਰਮਾਨੈਂਸ। ਆਬਜੈਕਟ ਪਰਮਾਨੈਂਸ ਮਤਲਬ ਕਿ ਬੱਚੇ ਦੇ ਵਿੱਚ ਇਸ ਸਟੇਜ ਦੇ ਵਿੱਚ ਬਹੁਤ ਜ਼ਿਆਦਾ ਆਬਜੈਕਟ ਨੂੰ ਲੈ ਕੇ, ਆਬਜੈਕਟ ਮਤਲਬ ਕਿ ਥਿੰਗਸ ਨੂੰ ਲੈ ਕੇ ਬਹੁਤ ਜ਼ਿਆਦਾ ਪਰਮਾਨੈਂਸ ਹੁੰਦੀ ਹੈ, ਕਿਉਂਕਿ ਇੱਕ ਬੱਚੇ ਨੂੰ ਇਹ ਗੱਲ ਦਾ ਪਤਾ ਹੁੰਦਾ ਕਿ ਉਸਦੇ ਕੋਲ ਕੋਈ ਚੀਜ਼ ਸੀ ਜਾਂ ਹੈ। ਠੀਕ ਹੈ। ਉਹ ਕਰਾਈ ਕਰਦਾ। ਮੰਨ ਲਓ ਕਿ ਇੱਕ ਬੱਚੇ ਦੇ ਹੱਥ ਦੇ ਵਿੱਚ ਟੋਏ ਹੈ, ਤੁਸੀਂ ਉਸ ਬੱਚੇ ਤੋਂ ਉਸਦਾ ਟੋਇਆ ਜੋ ਲੈ ਲਿਆ, ਠੀਕ ਹੈ, ਤਾਂ ਬੱਚਾ ਬਹੁਤ ਜ਼ਿਆਦਾ ਕਰਾਈ ਕਰਨਾ ਸਟਾਰਟ ਕਰ ਦਿੰਦਾ, ਰੋਣਾ ਸਟਾਰਟ ਕਰ ਦਿੰਦਾ, ਕਿਉਂਕਿ ਉਸਨੂੰ ਮਤਲਬ ਕਿ ਆਪਦੇ ਹੱਥ ਦੇ ਵਿੱਚ ਜੋ ਚੀਜ਼ ਹੈ ਉਸਦੀ ਪਰਮਾਨੈਂਸ, ਉਸਦੀ ਪ੍ਰੈਜ਼ੈਂਟ ਕਹਿ ਸਕਦੇ ਹਾਂ ਕਿ ਉਸਦੇ ਕੋਲ ਹੈ ਜੀ, ਉਸਦੇ ਬਾਰੇ ਉਸਨੂੰ ਪਤਾ ਹੁੰਦਾ ਹੈ।
ਠੀਕ ਹੈ। ਇਸ ਸਟੇਜ ਦੇ ਵਿੱਚ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਆਬਜੈਕਟ ਪਰਮਾਨੈਂਸ ਹੁੰਦਾ ਹੈ ਜੀ, ਠੀਕ ਹੈ ਜੀ, ਥਿੰਗਸ ਨੂੰ ਲੈ ਕੇ, ਸਪੈਸ਼ਲ ਥਿੰਗਸ, ਹਾਂਜੀ, ਆਬਜੈਕਟ ਨੂੰ ਲੈ ਕੇ, ਥਿੰਗਸ ਨੂੰ ਲੈ ਕੇ। ਹਾਂਜੀ, ਜੋ ਸੈਂਸਰੀ ਮੋਟਰ ਸਟੇਜ ਆ ਏਜ 0 ਤੋਂ ਲੈ ਕੇ 2 ਸਾਲ। ਸੈਂਸਰੀ ਲਰਨਿੰਗ ਗਿਆਨ ਇੰਦਰੀਆਂ ਰਾਹੀਂ ਸਿੱਖਦਾ, ਸਕਿੰਗ ਐਂਡ ਗ੍ਰਾਸਪਿੰਗ ਮਦਰ ਦਾ ਦੁੱਧ ਫੀਡ ਕਰਦਾ, ਮਿਲਕ ਫੀਡ ਕਰਦਾ। ਲਰਨਿੰਗ ਬਾਈ ਡੂਇੰਗ ਕਰਕੇ ਸਿੱਖਦਾ, ਇਮੀਟੇਸ਼ਨ ਕਰਦਾ, ਕਾਪੀ ਕਰਦਾ, ਨਕਲ ਕਰਦਾ। ਗੋਲ ਓਰੀਐਂਟਡ ਬਿਹੇਵੀਅਰ ਹੁੰਦਾ, ਉਸ ਦਾ ਬਸ ਇੱਕ ਮਕਸਦ ਹੁੰਦਾ ਹੈ, ਠੀਕ ਹੈ ਜੀ, ਚੀਜ਼ ਫੀਡ ਨੂੰ ਲੈ ਕੇ, ਹੋਰ ਕੋਈ ਵੀ ਉਸਦਾ ਮੋਟੋ ਨਹੀਂ ਹੁੰਦਾ। ਨੀਅਰ ਅਬਾਊਟ ਅਪਰੋਕਸੀਮੇਟਲੀ 100 ਵਰਡਸ ਨੇ ਜੋ ਉਹ ਸਿੱਖ ਲੈਂਦਾ ਗਾ। A not B ਟਾਈਪ ਆਫ ਐਰਰ ਹੁੰਦੀ ਹੈਗੀ, ਉਸਨੂੰ ਨਹੀਂ ਪਤਾ ਹੁੰਦਾ ਕਿ ਜੋ ਚੀਜ਼ ਛਪਾਈ ਹੈ ਤੁਸੀਂ ਕਿਸ ਦੇ ਪਿੱਛੇ ਛਪਾਈ ਹੈਗੀ। ਆਬਜੈਕਟ ਪਰਮਾਨੈਂਸ ਹੁੰਦੀ ਹੈ, ਉਸਨੂੰ ਫੀਲ ਹੁੰਦਾ ਕਿ ਮੇਰੇ ਕੋਲ ਕੁਛ ਨਾ ਕੁਛ ਜ਼ਰੂਰ ਸੀ, ਰੋਂਦਾ ਉਸ ਲਈ। ਹਾਂਜੀ, ਸੈਕਿੰਡ ਸਟੇਜ ਪ੍ਰੀ ਆਪਰੇਸ਼ਨਲ ਸਟੇਜ। ਹਾਂਜੀ, ਪ੍ਰੀ ਆਪਰੇਸ਼ਨਲ ਸਟੇਜ ਹੈ ਜੋ, ਇਸ ਨੂੰ ਤੁਸੀਂ ਪ੍ਰੀ ਕੌਨਕਰੀਟ ਸਟੇਜ ਵੀ ਕਹਿ ਸਕਦੇ ਹਾਂ। ਇਸਦਾ ਅਨਦਰ ਨੇਮ ਹੈ ਪ੍ਰੀ ਕੌਨਕਰੀਟ, ਪ੍ਰੀ ਕੌਨਕਰੀਟ ਸਟੇਜ। ਹਾਂਜੀ, ਪ੍ਰੀ ਕੌਨਕਰੀਟ ਸਟੇਜ, ਅਨਦਰ ਨੇਮ ਆਫ ਪ੍ਰੀ ਆਪਰੇਸ਼ਨਲ ਸਟੇਜ। ਹਾਂਜੀ, ਇਸ ਦੇ ਵਿੱਚ ਜੋ ਬੱਚੇ ਦੀ ਏਜ ਹੁੰਦੀ ਹੈ, ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਏਜ ਹੁੰਦੀ ਹੈ 2 ਤੋਂ ਲੈ ਕੇ 7 ਸਾਲ ਤੱਕ। ਜੋ ਲੈਂਗੁਏਜ ਡਿਵੈਲਪਮੈਂਟ ਗੈਸਚਰ, ਜੋ ਬੱਚੇ ਦੇ ਵਿੱਚ ਇਸ ਏਜ ਦੇ ਵਿੱਚ ਲੈਂਗੁਏਜ ਡਿਵੈਲਪਮੈਂਟ ਹੋਣੀ ਸਟਾਰਟ ਹੋ ਜਾਂਦੀ ਆ, ਉਹ ਜੈਸਚਰ ਮਤਲਬ ਕਿ ਇਸ਼ਾਰੇ ਸਮਝਣ ਲੱਗਦਾ ਅਤੇ ਸਿੰਬੋਲਿਕ ਹੋਣ ਲੱਗ ਜਾਂਦਾ। ਇਸ ਸਟੇਜ ਦੇ ਵਿੱਚ ਆ ਕੇ ਬੱਚਾ ਲੈਂਗੁਏਜ ਦੀ ਡਿਵੈਲਪਮੈਂਟ ਸਿੱਖਣ ਲੱਗ ਜਾਂਦਾ, ਵਰਡਸ ਦੀ ਜ਼ਿਆਦਾ ਮਤਲਬ ਕਿ ਉਸਦੇ ਵਿੱਚ ਨੌਲੇਜ ਆ ਜਾਂਦੀ ਹੈ, ਬੋਲਣਾ ਸਟਾਰਟ ਕਰ ਦਿੰਦਾ ਹੈਗਾ, ਅਤੇ ਜੋ ਜੈਸਚਰ ਹੁੰਦੇ ਨੇ, ਇਸ਼ਾਰੇ ਨੇ, ਜੋ ਆਪਣੇ ਉਹ ਸਮਝਣਾ ਸਟਾਰਟ ਕਰ ਦਿੰਦਾ ਅਤੇ ਸਿੰਬੋਲਿਕ ਹੋ ਜਾਂਦਾ ਹੈ। ਹਾਂਜੀ, ਵਨ ਵੇ ਥਿੰਕਿੰਗ, ਐਗਜ਼ਾਮਪਲ ਗਲਾਸ। ਹਾਂਜੀ, ਇਹ ਸਟੇਜ ਦੇ ਵਿੱਚ ਜੋ ਬੱਚਾ ਹੈ, ਇੱਕ ਚਾਈਲਡ ਹੈ, 2 ਤੋਂ ਲੈ ਕੇ 7 ਸਾਲ ਤੱਕ ਦਾ ਬੱਚਾ ਹੈ, ਉਸ ਦੇ ਵਿੱਚ ਵਨ ਵੇ ਥਿੰਕਿੰਗ ਹੁੰਦੀ ਆ। 2 ਵੇ ਥਿੰਕਿੰਗ ਕਦੇ ਵੀ ਨਹੀਂ ਹੁੰਦੀ, ਵਨ ਵੇ ਥਿੰਕਿੰਗ ਹੁੰਦੀ ਆ, ਇੱਕ ਸਾਈਡ ਤੋਂ ਸੋਚਦਾ ਬੱਚਾ। ਗਲਾਸ, ਹਾਂਜੀ, ਜੋ ਗਲਾਸ ਹੈ ਬੱਚੇ ਨੂੰ ਪਤਾ ਇਹ ਗਲਾਸ ਹੈ, ਚਾਹੇ ਤੁਸੀਂ ਇੱਕ ਲੰਬਾ ਗਲਾਸ ਦੇ ਦਿਓ ਲੌਂਗ, ਇੱਕ ਤੁਸੀਂ ਚੌੜਾ ਗਲਾਸ ਦੇ ਦਿਓ। ਹਾਂਜੀ, ਠੀਕ ਹੈ ਜੀ, ਬੱਚੇ ਨੂੰ ਤੁਸੀਂ ਕਹਿ ਦਿਓ ਇਸ ਦੇ ਵਿੱਚ ਤੁਸੀਂ ਕੋਲਡ ਡਰਿੰਕ ਫਿਲ ਕਰ ਲਓ, ਇਸ ਦੇ ਵਿੱਚ ਕੋਲਡ ਡਰਿੰਕ ਫਿਲ ਕਰ ਲਓ, ਇਸ ਦੇ ਵਿੱਚ ਕੋਲਡ ਡਰਿੰਕ ਫਿਲ ਕਰ ਲਓ। ਇਸ ਈਅਰ ਦਾ ਬੱਚਾ ਹਮੇਸ਼ਾ ਜੋ ਇਸ ਨੂੰ ਪ੍ਰੈਫਰ ਕਰੇਗਾ, ਕਿਉਂਕਿ ਬੱਚੇ ਦੀ ਜੋ ਵਨ ਵੇ ਥਿੰਕਿੰਗ ਹੈ, ਇੱਕ ਸਾਈਡ ਦੀ ਥਿੰਕਿੰਗ ਹੈ, ਕਿਉਂਕਿ ਉਸਨੂੰ ਐਂ ਪਤਾ ਕਿ ਜੋ ਲੌਂਗ ਚੀਜ਼ ਹੈਗੀ ਉਹ ਜ਼ਿਆਦਾ ਗੀ, ਠੀਕ ਹੈ, ਉਸਨੂੰ ਬਰੋਡ ਦਾ ਔਰ ਲੌਂਗ ਦਾ ਡਿਫਰੈਂਸ ਨਹੀਂ ਪਤਾ ਹੁੰਦਾ, ਠੀਕ ਹੈ, ਉਸਨੂੰ ਐਵੇਂ ਜ਼ਰੂਰ ਨੌਲੇਜ ਹੁੰਦੀ ਹੈ ਕਿ ਇਸ ਦੇ ਵਿੱਚ ਜ਼ਿਆਦਾ ਹੋਏਗਾ, ਲੰਬਾ ਗਲਾਸ ਹੈ ਤਾਂ ਇਹਦਾ ਮਤਲਬ ਲੌਂਗ ਗਲਾਸ ਹੈ ਇਹਦੇ ਵਿੱਚ ਜ਼ਿਆਦਾ ਜੋ ਕੁਆਂਟਿਟੀ ਹੋਵੇਗੀ, ਠੀਕ ਹੈ ਜੀ, ਇਸ ਲਈ ਇਸ ਦੇ ਵਿੱਚ ਵਨ ਵੇ ਥਿੰਕਿੰਗ ਹੁੰਦੀ ਆ। ਹਾਂਜੀ, ਇਰਰਿਵਰਸਿੰਗ, ਸੌਰੀ ਇਨਰਿਵਰਸਿੰਗ ਨੋਟ ਇਰਰਿਵਰਸਿੰਗ, IR, ਇਰਰਿਵਰਸਿੰਗ। ਹਾਂਜੀ, ਜੋ ਪ੍ਰੀ ਆਪਰੇਸ਼ਨਲ ਸਟੇਜ ਹੈ ਜੋ, ਉਸ ਦੇ ਵਿੱਚ ਜੋ ਬੱਚਾ ਹੁੰਦਾ ਹੈ ਇਰਰਿਵਰਸਿੰਗ, ਰਿਵਰਸ ਦਾ ਮਤਲਬ ਹੁੰਦਾ ਹੈ ਉਲਟਾ ਕੇ, ਠੀਕ ਹੈ, ਇਰਰਿਵਰਸਿੰਗ ਮਤਲਬ ਕਿ ਬੱਚਾ ਕਦੇ ਵੀ ਉਲਟਾ ਕੇ ਕਦੇ ਵੀ ਨਹੀਂ ਸੋਚਦਾ, ਠੀਕ ਹੈ, ਉਸਦੀ ਵਨ ਵੇ ਥਿੰਕਿੰਗ ਹੁੰਦੀ ਹੈ, ਸੇਮ ਐਜ਼ ਵਨ ਵੇ ਥਿੰਕਿੰਗ, ਕਿ ਉਸਨੇ ਕਦੇ ਵੀ ਨਹੀਂ ਸੋਚਿਆ ਹੋਊਗਾ ਕਿ ਬਰੋਡ ਦੇ ਵਿੱਚ ਜ਼ਿਆਦਾ ਹੋ ਸਕਦਾ ਗਲਾਸ ਦੇ ਵਿੱਚ ਐਜ਼ ਕੰਪੈਰੀਜ਼ਨ ਟੂ ਲੌਂਗ ਗਲਾਸ, ਠੀਕ ਹੈ, ਤਾਂ ਕਰਕੇ ਬੱਚੇ ਦੀ ਥਿੰਕਿੰਗ ਜੋ ਹੁੰਦੀ ਹੈ ਇਰਰਿਵਰਸਿੰਗ ਥਿੰਕਿੰਗ ਹੁੰਦੀ ਹੈ ਜੀ, IR, ਇਰਰਿਵਰਸਿੰਗ। ਹਾਂਜੀ, ਸੈਂਟਰਿੰਗ ਥਿੰਕਿੰਗ, ਸੈਂਟਰਿੰਗ ਦਾ ਮਤਲਬ ਹੁੰਦਾ ਗਾ ਬੱਚੇ ਦਾ ਇੱਕ ਵੇ ਨਾਲ ਸੋਚਣਾ, ਸੇਮ ਐਜ਼ ਵਨ ਵੇ ਥਿੰਕਿੰਗ ਹੋ ਜਾਂਦਾ। ਹਾਂਜੀ, ਬੱਚਾ ਜੋ ਇਸ ਏਜ ਦੇ ਵਿੱਚ ਸੈਂਟਰਿੰਗ ਥਿੰਕਿੰਗ ਵਾਲਾ ਹੁੰਦਾ ਗਾ, ਇੱਕੋ ਹੀ ਚੀਜ਼ ਉਸ ਦੇ ਲਈ ਮੇਨ ਹੁੰਦੀ ਹੈ, ਸੈਂਟਰਿੰਗ ਥਿੰਕਿੰਗ ਹੁੰਦਾ। ਈਗੋ ਸੈਂਟਰਿਕ ਬੱਚਾ ਹੁੰਦਾ ਕਾਫੀ ਜ਼ਿਆਦਾ ਇਸ ਏਜ ਦੇ ਵਿੱਚ ਬੱਚਾ ਜੋ ਹੁੰਦਾ ਈਗੋ ਸੈਂਟਰਿਕ ਹੁੰਦਾ। ਹਾਂਜੀ, ਨੈਕਸਟ ਹੈ ਐਨੀਮਿਜ਼ਮ, ਮੋਸਟ ਇੰਪੋਰਟੈਂਟ, ਐਨੀਮਿਜ਼ਮ। ਹਾਂਜੀ, ਇਸ ਸਟੇਜ ਦੇ ਵਿੱਚ ਬੱਚਾ ਜੋ ਹੁੰਦਾ ਐਨੀਮਿਜ਼ਮ ਹੁੰਦਾ, ਮਤਲਬ ਕਿ ਨੋਨ ਲਿਵਿੰਗ ਥਿੰਗਸ ਐਕਟਿੰਗ ਲਾਈਕ ਆ ਲਿਵਿੰਗ ਥਿੰਗਸ। ਬੱਚੇ ਦੇ ਲਈ ਜੋ ਨੋਨ ਲਿਵਿੰਗ ਥਿੰਗਸ ਨੇਗੀਆਂ, ਜੋ ਨਿਰਜੀਵ ਚੀਜ਼ਾਂ ਨੇਗੀਆਂ, ਉਹ ਉਸ ਨੂੰ ਐਜ਼ ਅ ਲਿਵਿੰਗ ਥਿੰਗ ਹੈ ਜੋ ਟਰੀਟ ਕਰਦਾ, ਐਜ਼ ਅ ਸਜੀਵ ਟਰੀਟ ਕਰਦਾ, ਠੀਕ ਹੈ ਜੀ। ਬੱਚੇ ਨੂੰ 2 ਤੋਂ ਲੈ ਕੇ 7 ਸਾਲ ਤੱਕ ਦੇ ਬੱਚੇ ਨੂੰ ਇਹ ਹੁੰਦਾ ਕਿ ਜੋ ਨੋਨ ਲਿਵਿੰਗ ਥਿੰਗਸ ਨੇਗੀਆਂ, ਨਿਰਜੀਵ ਚੀਜ਼ਾਂ ਨੇ ਜੋ ਵੀ, ਉਸ ਨੂੰ ਵੀ ਉਹ ਵੀ ਇੱਕ ਜੋ ਨੇ ਸੰਜੀਵ ਚੀਜ਼ਾਂ ਨੇ, ਐਜ਼ ਅ ਲਿਵਿੰਗ ਥਿੰਗਸ ਕ੍ਰੀਏਟ ਕਰਦਾ ਗਾ, ਐਨੀਮਿਜ਼ਮ, ਠੀਕ ਹੈ ਜੀ। ਲਾਈਕ ਉਹ ਕਿਸੇ ਵੀ ਚੀਜ਼ ਨੂੰ ਦੇਖ ਕੇ, ਨੋਨ ਲਿਵਿੰਗ ਥਿੰਗ ਨੂੰ ਚੀਜ਼ ਨੂੰ ਦੇਖ ਕੇ ਕਹਿ ਸਕਦਾ ਕਿ ਮੰਮਾ ਇਹ ਚੀਜ਼ ਕਰਾਈ ਕਰ ਰਹੀ ਆ, ਠੀਕ ਹੈ ਜੀ। ਕੁਛ ਵੀ ਕਹਿ ਸਕਦਾ, ਜਿਵੇਂ ਕਿ
ਕਹਿ ਸਕਦਾ ਮੰਮਾ ਇਸ 'ਤੇ ਨਾ ਮਾਰੋ, ਇਹਨੂੰ ਸੱਟ ਲੱਗ ਜੂਗੀ, ਇਹ ਰੋਊਗਾ। ਠੀਕ ਹੈ, ਸਮ ਲਾਈਕ ਦੀਜ਼ ਐਗਜ਼ਾਮਪਲ। ਹਾਂਜੀ, ਮੇਕ ਬਿਲੀਵ, ਇਸ ਦੇ ਵਿੱਚ ਬੱਚਾ ਆਪਣੇ ਹੀ ਬਿਲੀਵ ਬਣਾ ਲੈਂਦਾ, ਆਪਣੀਆਂ ਹੀ ਉਸਦੀ ਸੋਚ ਹੁੰਦੀ ਆ, ਆਪਦੇ ਹੀ ਉਸਦੇ ਬਿਲੀਵਸ ਹੁੰਦੇ ਨੇਗੇ। ਹਾਂਜੀ, ਲੈਕ ਆਫ ਕੰਜ਼ਰਵੇਸ਼ਨਲ ਥਿੰਕਿੰਗ, ਤੁਸੀਂ ਖੁਦ ਜਾਣ ਸਕਦੇ ਹੋ ਕਿ 0 ਤੋਂ ਲੈ ਕੇ 7 ਸਾਲ ਦਾ ਬੱਚਾ ਛੋਟਾ ਹੁੰਦਾ ਹੈ, ਉਸ ਦੇ ਵਿੱਚ ਕੰਜ਼ਰਵੇਸ਼ਨਲ ਥਿੰਕਿੰਗ ਕਦੇ ਵੀ ਨਹੀਂ ਹੋਵੇਗੀ। ਲੈਕ ਮਤਲਬ ਕਿ ਕਮੀ, ਕੰਜ਼ਰਵੇਸ਼ਨਲ ਪ੍ਰੋਟੈਕਸ਼ਨ ਕਰਨ ਦੀ, ਸਿਕਿਉਰਿਟੀ ਕਰਨ ਦੀ, ਚੀਜ਼ਾਂ ਨੂੰ ਸੰਭਾਲਣ ਦੀ ਜੋ ਥਿੰਕਿੰਗ ਹੈ ਕਦੇ ਵੀ ਨਹੀਂ ਹੋਵੇਗੀ। ਹਾਂਜੀ, ਪ੍ਰੀ ਆਪਰੇਸ਼ਨਲ ਜੋ ਏਜ 2 ਤੋਂ ਲੈ ਕੇ 7 ਸਾਲ ਤੱਕ, ਲੈਂਗੁਏਜ ਡਿਵੈਲਪਮੈਂਟ ਹੁੰਦੀ ਹੈ, ਜੈਸਚਰ ਇਸ਼ਾਰੇ ਸਮਝਦਾ ਤੇ ਸਿੰਬੋਲਿਕ ਹੁੰਦਾ ਹੈ। ਵਨ ਵੇ ਥਿੰਕਿੰਗ ਹੁੰਦੀ ਹੈ, ਐਗਜ਼ਾਮਪਲ ਗਲਾਸ ਦਿੱਤਾ ਹੈ। ਇਰੀਵਰਸਿੰਗ ਹੁੰਦੀ ਆ, ਸੈਂਟਰਿੰਗ ਥਿੰਕਿੰਗ ਹੁੰਦੀ ਹੈ, ਈਗੋ ਸੈਂਟਰਿੰਗ ਹੁੰਦਾ ਹੈ, ਐਨੀਮਿਜ਼ਮ ਹੁੰਦਾ ਹੈ, ਨॉन ਲਿਵਿੰਗ ਥਿੰਗਸ ਨੂੰ ਐਜ਼ ਅ ਲਿਵਿੰਗ ਥਿੰਗਸ ਟ੍ਰੀਟ ਕਰਦਾ ਹੈ, ਮੇਕ ਬਿਲੀਵ ਹੁੰਦੇ ਨੇ ਉਸਦੇ ਆਪਣੇ ਧਾਰਨਾਵਾਂ ਹੁੰਦੀਆਂ ਨੇ, ਤੇ ਲੈਕ ਆਫ ਕੰਜ਼ਰਵੇਸ਼ਨਲ ਥਿੰਕਿੰਗ। ਹਾਂਜੀ, ਨੈਕਸਟ ਸਟੇਜ ਹੈ ਥਰਡ ਸਟੇਜ, ਆਪਰੇਸ਼ਨਲ, ਇਸ ਨੂੰ ਕੰਕਰੀਟ ਸਟੇਜ ਵੀ ਕਿਹਾ ਜਾਂਦਾ ਹੈ ਤੇ ਆਪਰੇਸ਼ਨਲ ਸਟੇਜ ਵੀ ਕਿਹਾ ਜਾਂਦਾ ਹੈ। ਹਾਂਜੀ, ਏਜ ਹੈ 7 ਤੋਂ ਲੈ ਕੇ 11 ਸਾਲ ਤੱਕ। ਏਜ ਦੇ ਵਿੱਚ ਆ ਕੇ ਦੇਖੋ, ਤੁਸੀਂ ਧਿਆਨ ਨਾਲ ਕਰਨਾ ਕਿ ਜੋ ਪ੍ਰੀ ਆਪਰੇਸ਼ਨਲ ਸਟੇਜ ਸੀ ਉਸ ਦੇ ਵਿੱਚ ਬੱਚਾ ਸੀ ਜੋ ਵਨ ਵੇ ਥਿੰਕਿੰਗ ਸੀ ਬੱਚੇ ਦੀ। ਠੀਕ ਹੈ, ਏਜ ਦੇ ਵਿੱਚ ਆ ਕੇ ਡਿਵੈਲਪਮੈਂਟ ਹੋਣੀ ਸਟਾਰਟ ਹੋ ਜਾਂਦੀ ਹੈ ਬੱਚੇ ਦੀ ਕੋਗਨੀਟਿਵ। ਏਜ ਦੇ ਵਿੱਚ ਆ ਕੇ ਬੱਚੇ ਦੀ ਟੂ ਵੇ ਥਿੰਕਿੰਗ ਹੋ ਜਾਂਦੀ ਹੈ, ਟੂ ਵੇ ਲੌਜੀਕਲ ਥਿੰਕਿੰਗ, ਉਹ ਲੌਜੀਕਲ ਆ ਜਾਂਦਾ, ਲਗਾਉਣ ਲੱਗ ਜਾਂਦਾ। ਬੱਚੇ ਨੂੰ ਪਤਾ ਹੁੰਦਾ ਕਿ ਇਸ ਗਲਾਸ, ਲੰਬੇ ਗਲਾਸ ਤੇ ਚੌੜੇ ਗਲਾਸ ਦੇ ਵਿੱਚ ਕੀ ਡਿਫਰੈਂਸ ਹੈ। ਠੀਕ ਹੈ ਜੀ, ਬੱਚੇ ਨੂੰ ਇਸ ਦੇ ਵਿੱਚ ਬੱਚੇ ਦੀ ਜੋ ਬੌਧਿਕ ਵਿਕਾਸ ਹੋਣਾ ਸਟਾਰਟ ਹੋ ਜਾਂਦਾ ਹੈ, ਤੇ ਬੱਚਾ ਜੋ ਕੀ ਕਰਦਾ ਹੈਗਾ, ਟੂ ਵੇ ਨਾਲ ਜੋ ਹੈ ਬੱਚਾ ਸੋਚਣ ਲੱਗ ਜਾਂਦਾ, ਟੂ ਵੇ ਥਿੰਕਿੰਗ ਹੋ ਜਾਂਦੀ ਹੈ ਬੱਚੇ ਦੀ। ਹਾਂਜੀ, ਨੈਕਸਟ ਹੈ ਰਿਵਰਸਿੰਗ। ਹਾਂਜੀ, ਪ੍ਰੀ ਆਪਰੇਸ਼ਨਲ 'ਚ ਸੀ ਇਰੀਵਰਸਿੰਗ, ਹਾਂਜੀ, ਬਟ ਇਸ ਦੇ ਵਿੱਚ ਹੈ ਰਿਵਰਸਿੰਗ। ਹਾਂਜੀ, ਜੋ ਬੱਚਾ ਹੈ ਇਸ ਸਟੇਜ ਦੇ ਵਿੱਚ ਆ ਕੇ ਬੱਚੇ ਦੀ ਰਿਵਰਸਿੰਗ ਥਿੰਕਿੰਗ ਹੋਣ ਲੱਗ ਜਾਂਦੀ ਆ, ਬੱਚਾ ਉਲਟਾ ਕੇ ਸੋਚਣ ਲੱਗ ਜਾਂਦਾ ਹੈਗਾ। ਠੀਕ ਹੈ ਜੀ, ਡੀਸੈਂਟਰਿੰਗ, ਪ੍ਰੀ ਆਪਰੇਸ਼ਨਲ ਦੇ ਵਿੱਚ ਬੱਚਾ ਸੀ ਜੋ ਉਸਦੀ ਜੋ ਥਿੰਕਿੰਗ ਹੁੰਦੀ ਸੀ ਉਹ ਸੈਂਟਰਿੰਗ ਸੀ, ਬਟ ਇਸ ਏਜ ਦੇ ਵਿੱਚ ਬੱਚੇ ਦੀ ਜੋ ਥਿੰਕਿੰਗ ਹੈ ਉਹ ਕੀ ਹੈ, ਡੀਸੈਂਟਰਿੰਗ। ਹਾਂਜੀ, ਪ੍ਰੀ ਆਪਰੇਸ਼ਨਲ 'ਚ ਵਨ ਵੇ ਥਿੰਕਿੰਗ, ਆਪਰੇਸ਼ਨਲ 'ਚ ਟੂ ਵੇ ਲੌਜੀਕਲ ਥਿੰਕਿੰਗ, ਪ੍ਰੀ ਆਪਰੇਸ਼ਨਲ 'ਚ ਇਰੀਵਰਸਿੰਗ, ਆਪਰੇਸ਼ਨਲ 'ਚ ਰਿਵਰਸਿੰਗ, ਪ੍ਰੀ ਆਪਰੇਸ਼ਨਲ 'ਚ ਸੈਂਟਰਿੰਗ ਥਿੰਕਿੰਗ, ਆਪਰੇਸ਼ਨਲ 'ਚ ਡੀਸੈਂਟਰਿੰਗ ਥਿੰਕਿੰਗ। हैंड ऑन एक्टिविटी, हाँ जी, हैंड्स ऑन एक्टिविटी मतलब कि बच्चा खुद जो अपने मसल्स यूज़ करता है, खुद जो क्रियावां ने, जो एक्टिविटीज़ ने, उसनों खुद करता है बच्चा। ठीक है जी, ठीक है जी, इस एज दे विच बच्चे दी काफ़ी ज़्यादा डिवेलपमेंट होनी स्टार्ट हो जाती है। हाँ जी, प्री ऑपरेशनल च आपने किया गा कि लैक ऑफ कंजरवेशनल थिंकिंग सी, बट इस दे विच कंजरवेशनल थिंकिंग है जो स्टार्ट हो जाती है बच्चे की। हाँ जी, क्लासिफिकेशन, ਇਸ ਤੋਂ ਪਹਿਲਾਂ ਦੀਆਂ 2 ਸਟੇਜਿਸ ਦੇ ਵਿੱਚ ਪਿਆਜੇ ਦੇ ਅਕੋਰਡਿੰਗ ਬੱਚਾ ਕਦੇ ਵੀ ਕਲਾਸੀਫਿਕੇਸ਼ਨ ਨਹੀਂ ਕਰ ਸਕਦਾ। ਕਲਾਸੀਫਿਕੇਸ਼ਨ ਮਤਲਬ ਕਿ ਲਾਈਨ ਵਾਈਜ਼ ਨਹੀਂ ਲਗਾ ਸਕਦਾ, ਸੀਰੀਜ਼ 'ਚ ਕਿਸੇ ਚੀਜ਼ ਨੂੰ ਅਲੱਗ ਨਹੀਂ ਕਰ ਸਕਦਾ। ਠੀਕ ਹੈ, ਜੇ ਤੁਸੀਂ ਬੱਚੇ ਨੂੰ ਕਹਿੰਦੇ ਹੋ ਕਿ ਇਕੱਠੇ ਸ਼ਾਰਪਨਰਸ, ਪੈਨਸਿਲਸ, ਇਰੇਜ਼ਰਸ ਦੇ ਦਿੰਦੇ ਹੋ ਕਿ ਇਹਨਾਂ ਨੂੰ ਅਲੱਗ-ਅਲੱਗ ਕਰੋ, ਉਸ ਏਜ ਦੇ ਵਿੱਚ ਪ੍ਰੀ ਆਪਰੇਸ਼ਨਲ 'ਚ ਬੱਚੇ ਦੇ ਵਿੱਚ ਇੰਨੀ ਥਿੰਕਿੰਗ ਨਹੀਂ ਹੁੰਦੀ, ਬਟ ਇਸ ਏਜ ਦੇ ਵਿੱਚ ਬੱਚਾ ਆ ਕੇ ਕਲਾਸੀਫਿਕੇਸ਼ਨ ਕਰਨ ਲੱਗ ਜਾਂਦਾ, ਚੀਜ਼ਿਸ ਨੂੰ ਅਲੱਗ-ਅਲੱਗ ਕੱਢ ਕੇ ਦੱਸ ਸਕਦਾ ਤੁਹਾਨੂੰ। ਠੀਕ ਹੈ ਜੀ, लॉजिक अबाउट कॉन्क्रीट ऑब्जेक्ट, मोस्ट इंपॉर्टेंट क्वेश्चन आ सकता कि किस स्टेज ਦੇ ਵਿੱਚ ਬੱਚਾ ਜੋ लॉजिकली ਜੋ ਬੱਚੇ ਦੀ ਜੋ ਕੋਗਨੀਟਿਵ ਡਿਵੈਲਪਮੈਂਟ ਹੁੰਦੀ ਹੈ, लॉजिक अबाउट कॉन्क्रीट थिंग्स ਨੂੰ ਲੈ ਕੇ ਉਹ लॉजिक ਲਗਾਉਣ ਲੱਗ ਜਾਂਦਾ ਹੈਗਾ। ਹਾਂਜੀ, ਇਸ ਦੇ ਵਿੱਚ ਹੁੰਦਾ ਬੱਚੇ ਦਾ ਸੀਰੀਏਸ਼ਨ। ਹਾਂਜੀ, ਸੀਰੀਏਸ਼ਨ ਮਤਲਬ ਕਿ ਹਰ ਚੀਜ਼ ਨੂੰ ਉਹ ਲਾਈਨਸ ਦੇ ਵਿੱਚ, ਕਾਊਂਟਿੰਗ ਦੇ ਵਿੱਚ ਲਾਈਨ ਵਾਈਜ਼ ਲਗਾ ਸਕਦਾ ਹੈ, ਉਲਟਾ ਸਿੱਧਾ। ਹਾਂਜੀ, ਸੀਰੀਏਸ਼ਨ ਕਰ ਸਕਦਾ ਹੈ। ਹਾਂਜੀ, ਇਹ 7 ਤੋਂ ਲੈ ਕੇ 11 ਸਾਲ ਤੱਕ ਦੀ ਹੁੰਦੀ ਹੈ। ਆਪਰੇਸ਼ਨਲ, ਟੂ ਵੇ ਲੌਜੀਕਲ ਥਿੰਕਿੰਗ, ਰਿਵਰਸੀਬਲ, ਡੀਸੈਂਟਰਿੰਗ, हैंड्स ऑन एक्टिविटी, कंजर्वेशनल थिंकिंग, क्लासिफिकेशन, लॉजिकल अबाउट कॉन्क्रीट थिंग्स एंड सीरिएशन। हाँ जी, जीन पियाजे की जो कॉग्निटिव डिवेलपमेंट है उसकी लास्ट स्टेज, 4th स्टेज, पोस्ट ऑपरेशनल स्टेज। हाँ जी, इसका अनदर नेम है पोस्ट कॉन्क्रीट ऑपरेशनल स्टेज। इस तो बिना इसनों फॉर्मल स्टेज भी कहा जा सकता है। फॉर्मल स्टेज, फॉर्मल स्टेज। हाँ जी, ਇਸ ਦੇ ਵਿੱਚ ਜੋ ਬੱਚਾ ਹੈ ਜੋ ਉਸਦੀ ਏਜ ਹੁੰਦੀ ਹੈ 11 ਤੋਂ ਲੈ ਕੇ 14 ਸਾਲ ਤੱਕ। ਹਾਂਜੀ, ਇਹ ਏਜਿਸ ਮੈਂ ਅਲੱਗ-ਅਲੱਗ ਇਸ ਲਈ ਮੈਂਸ਼ਨ ਕੀਤੇ ਆ ਕਿਉਂਕਿ ਤੁਹਾਨੂੰ ਅਲੱਗ-ਅਲੱਗ ਡਾਟਾ ਦੇ ਅਕੋਰਡਿੰਗ ਅਲੱਗ-ਅਲੱਗ ਬੁੱਕਸ ਦੇ ਪਬਲਿਸ਼ਰ ਨੇ ਅਲੱਗ-ਅਲੱਗ ਡੇਟ ਮੈਂਸ਼ਨ ਹੁੰਦੇ ਆ। ਇਸ ਨੂੰ 11 ਤੋਂ ਲੈ ਕੇ 14 ਸਾਲ ਤੱਕ ਦੀ ਏਜ ਵੀ ਕਿਹਾ ਜਾਂਦਾ, 11 ਤੋਂ ਲੈ ਕੇ 18 ਸਾਲ ਤੱਕ ਦੀ ਏਜ ਵੀ ਕਿਹਾ ਜਾਂਦਾ, 11 ਤੋਂ ਲੈ ਕੇ ਲਾਸਟ ਏਜ ਵੀ ਕਿਹਾ ਜਾਂਦਾ ਬੱਚੇ ਦੀ।
ठीक है जी। हाँ जी, इसदे विच जो मोस्ट इंपॉर्टेंट क्वेश्चंस ने इन्हां तो बनते हैं जी। सब तो पहला है डिसीजन मेकिंग। इस एज ਦੇ ਵਿੱਚ ਆ ਕੇ ਬੱਚਾ ਜੋ डिसीजन अपने डिसीजन खुद ਲੈਣ ਲੱਗ ਜਾਂਦਾ ਹੈ, डिसीजन मेकिंग थिंकिंग हो जाती है। क्रिटिकल थिंकिंग, ਬੱਚਾ ਆਲੋਚਕ ਤੌਰ ਤੇ, ਆਲੋਚਨਾ ਦੇ ਤੌਰ ਤੇ ਸੋਚਣ ਲੱਗ ਜਾਂਦਾ ਹੈ। क्रिटिकल थिंकिंग हो जाती है, ਬੱਚਾ क्वेश्चन रेज करना लग जाता है बच्चा इस दे विच, ठीक है जी। प्रॉब्लम सॉल्विंग, हाँ जी, प्रॉब्लम सॉल्विंग थिंकिंग है कि बच्चा खुद अपनी प्रॉब्लम्स नूं खुद सॉल्व करन लग जाता है। हाइपोथैटिक डिडक्टिव थिंकिंग, ਉਹ ਆਪਣੀਆਂ ਜੋ ਸਮੱਸਿਆਵਾਂ ਨੇ ਉਸ ਨੂੰ ਡਿਡਕਟ ਕਰਨ ਲੱਗ ਜਾਂਦਾ, ਡਿਡਕਟਿਵ ਥਿੰਕਿੰਗ ਘੱਟ ਕਰਨ ਲੱਗ ਜਾਂਦਾ। ਹਾਈਪੋਥੈਟਿਕ ਡਿਡਕਟਿਵ ਥਿੰਕਿੰਗ ਹੁੰਦੀ ਹੈ, ਬਹੁਤ ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ। ਅਬਸਟਰੈਕਟ ਲੌਜੀਕਲ ਅਬਾਊਟ ਕੰਕਰੀਟ, ਹਾਂਜੀ ਲਾਸਟ ਆਪਾਂ ਪੜ੍ਹਿਆ ਸੀ, ਲਾਸਟ ਸਟੇਜ ਦੇ ਵਿੱਚ ਕੀ ਸੀ, ਆਪਰੇਸ਼ਨਲ ਦੇ ਵਿੱਚ ਸੀ ਲੌਜਿਕ ਅਬਾਊਟ ਕੰਕਰੀਟ ਆਬਜੈਕਟ। ਹਾਂਜੀ, ਇਸ ਸਟੇਜ ਦੇ ਵਿੱਚ ਹੈ ਅਬਸਟਰੈਕਟ ਲੌਜਿਕ, ਉਸ ਦੇ ਵਿੱਚ ਸੀ ਲੌਜਿਕ, ਇਸ ਦੇ ਵਿੱਚ ਅਬਸਟਰੈਕਟ ਲੌਜਿਕ ਅਬਾਊਟ ਕੰਕਰੀਟ ਥਿੰਗਸ। ਅਡੋਲਸੈਂਸ ਈਗੋਸੈਂਟਰਿਕ ਹੋ ਜਾਂਦਾ ਬੱਚਾ, ਅਡੋਲਸੈਂਸ ਇਸ ਦੇ ਵਿੱਚ ਆ ਜਾਂਦਾ ਅਤੇ ਅਬਸਟਰੈਕਟ ਥਿੰਕਿੰਗ ਹੋ ਜਾਂਦੀ ਆ। ਬੱਚਾ ਮਤਲਬ ਕਿ ਲਾਈਕ ਆਪਾਂ ਕਹਿ ਸਕਦੇ ਹਾਂ, ਜਾਂ ਤਾਂ ਐਂ ਕਹਿ ਸਕਦੇ ਹਾਂ ਕਿ ਰੱਬ ਦੇ ਵਿੱਚ ਯਕੀਨ ਕਰਨ ਲੱਗ ਜਾਂਦਾ ਬੱਚਾ, ਅਬਸਟਰੈਕਟ ਥਿੰਕਿੰਗ ਨੂੰ ਜਾਣਨ ਲੱਗ ਜਾਂਦਾ ਇਸ ਸਟੇਜ ਦੇ ਵਿੱਚ ਬੱਚਾ। ਹਾਂਜੀ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਨਾਓ। ਥੈਂਕ ਯੂ।